ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਸਾਡੇ ਸਿੱਖ ਧਰਮ ਦਾ ਅਥਾਹ ਸਾਗਰ ਗੁਰ ਪਿਆਰਿਆਂ ਗੁਰਸਿੱਖਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ, ਜਿਸ ਨੂੰ ਪੜ੍ਹ ਕੇ ਅੱਜ ਵੀ ਸਾਡਾ ਦਿਲ ਅਸ਼-ਅਸ਼ ਕਰ ਉੱਠਦਾ ਹੈ। ਅੱਜ ਅਸੀਂ ਜਿਸ ਵੀਰਾਂਗਨਾ ਦੀ ਗੱਲ ਕਰਨ ਜਾ ਰਹੇ ਹਾਂ, ਉਸਨੇ ਘਰ ਦੀ ਦਹਿਲੀਜ਼ ਨੂੰ ਲੰਘ ਕੇ ਮੈਦਾਨੇ ਜੰਗ ਵਿੱਚ ਤਲਵਾਰ ਦੇ ਐਸੇ ਜੌਹਰ ਦਿਖਾਏ, ਗੁਰੂ ਸਾਹਿਬਾਨਾਂ ਦੀ ਐਸੀ ਸੇਵਾ ਕੀਤੀ ਕਿ ਉਹਨਾਂ ਦਾ ਨਾਮ ਸਦਾ ਸਦਾ ਲਈ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ। ਜੀ ਹਾਂ, ਅਸੀਂ ਗੱਲ ਕਰਨ ਜਾ ਰਹੇ ਹਾਂ ਮਾਤਾ ਭਾਗ ਕੌਰ ਜੀ ਦੀ। ਤਰਨ ਤਾਰਨ ਤੋਂ 6 ਮੀਲ ਦੀ ਦੂਰੀ 'ਤੇ ਹੈ ਪਿੰਡ ਝਬਾਲ, ਜਿੱਥੇ ਬਹੁਤ ਸਾਰੇ ਹਿੰਦੂ ਅਤੇ ਗੁਰਸਿੱਖ ਪਰਿਵਾਰ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਆਉਂਦੇ ਜਾਂਦੇ ਸਮੇਂ ਆਪ ਹੀ ਉੱਥੇ ਗੁਰਸਿੱਖੀ ਦਾ ਬੀਜ ਦਿੱਤਾ ਸੀ। ਬਹੁਤ ਸਾਰੇ ਹਿੰਦੂ ਸਰਵਰ ਸਿੱਖੀ ਧਰਮ ਨੂੰ ਅਪਣਾ ਚੁੱਕੇ ਸਨ। ਬਹੁਤ ਸਾਰੇ ਸਖੀ ਸਰਵਰ ਨੂੰ ਮੰਨਦੇ ਸਨ ਅਤੇ ਉਹਨਾਂ ਨੂੰ ਸੁਲਤਾਨੀਏ ਵੀ ਕਿਹਾ ਜਾਂਦਾ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਉੱਥੋਂ ਦਾ ਇੱਕ ਮੰਨਿਆ ਪਰਮੰਨਿਆ ਹਿੰਦੂ ਚੌਧਰੀ ਸਖੀ ਸਰਵਰ ਨੂੰ ਧਾਰਨ ਕਰ ਚੁੱਕਾ ਸੀ, ਜਿਸ ਦਾ ਨਾਂ ਸੀ ਅਬੁਲ ਖੈਰ, ਜਿਸ ਦੇ 2 ਪੁੱਤਰ ਸਨ, ਲੰਗਾਹਾ ਸ਼ਾਹ ਅਤੇ ਪੈਰੋ ਸ਼ਾਹ। ਲੰਗਾਹਾ ਸ਼ਾਹ ਸਿੱਖਾਂ ਦੀ ਸੋਭਤ ਵਿੱਚ ਆਉਣ ਕਰਕੇ ਗੁਰੂ ਦਰਬਾਰ ਵਿੱਚ ਗਿਆ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਵਿਚਾਰ ਸੁਣ ਕੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਅਰਜਨ ਦੇਵ ਜੀ ਦਾ ਅਨੰਨ ਪਿਆਰਾ ਸਿੱਖ ਬਣ ਗਿਆ। ਜਦੋਂ ਉਸਨੇ ਪੂਰੇ ਪਰਿਵਾਰ ਸਮੇਤ ਸਿੱਖੀ ਧਾਰਨ ਕੀਤੀ ਅਤੇ ਸਖੀ ਸਰਵਰ ਮਤ ਨੂੰ ਛੱਡ ਦਿੱਤਾ। ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਸ਼ਹਾਦਤ ਦੇਣ ਲਈ ਗਏ ਤਾਂ ਉਹਨਾਂ ਦੇ ਨਾਲ 5 ਸਿੱਖ ਵੀ ਗਏ ਸਨ, ਜਿਨ੍ਹਾਂ ਵਿੱਚ ਭਾਈ ਲੰਗਾਹ ਵੀ ਸੀ। ਭਾਈ ਲੰਗਾਹ ਨੇ ਆਪਣੇ ਸਰੀਰ ਉੱਤੇ ਅਨੇਕਾਂ ਕਸ਼ਟ ਝੱਲੇ ਅਤੇ ਗੁਰੂ ਪਿਆਰ ਹਾਸਲ ਕੀਤਾ। ਘਰ ਵਿੱਚ ਸਿੱਖੀ ਆਉਣ ਕਰਕੇ ਪੈਰੋ ਸ਼ਾਹ ਵੀ ਸਿੱਖੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਵੀ ਪਰਿਵਾਰ ਸਮੇਤ ਗੁਰੂ ਦੀ ਸ਼ਰਨ ਜਾ ਪੁੱਜਾ। ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਇਸ ਦੇ ਪੂਰੇ ਪਰਿਵਾਰ ਨੇ ਬਹੁਤ ਸੇਵਾ ਕੀਤੀ। ਭਾਈ ਪੈਰੋ ਸ਼ਾਹ ਦੇ ਘਰ ਉਹਨਾਂ ਦੇ ਪੁੱਤਰ ਸਨ ਮੂਲੋ ਸ਼ਾਹ। ਮੂਲੋ ਸ਼ਾਹ ਦੇ ਘਰ ਇੱਕ ਪੁੱਤਰੀ ਦਾ ਜਨਮ ਹੋਇਆ, ਜਿਸ ਦਾ ਨਾਮ ਭਾਗ ਭਰੀ ਯਾਨੀ ਕਿ ਮਾਤਾ ਜੀ ਭਾਗ ਕੌਰ ਰੱਖਿਆ ਗਿਆ। ਮਾਤਾ ਭਾਗ ਕੌਰ ਅਕਸਰ ਹੀ ਆਪਣੇ ਦਾਦਾ ਜੀ ਦੇ ਨਾਲ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦੀ ਸੀ। ਗੁਰੂ ਸਾਹਿਬਾਨਾਂ ਦੀ ਬਾਣੀ ਪ੍ਰੇਮ ਸੁਣ ਕੇ, ਗੁਰਸਿੱਖਾਂ ਦੀਆਂ ਕਹਾਣੀਆਂ ਸੁਣ ਕੇ ਉਹ ਬਚਪਨ ਵਿੱਚ ਹੀ ਗੁਰਮਤਿ ਵਿੱਚ ਧਾਰਨੀ ਹੋ ਚੁੱਕੀ ਸੀ, ਅੰਦਰੋਂ ਪ੍ਰਪੱਕ ਹੋ ਚੁੱਕੀ ਸੀ ਸਿੱਖੀ ਅਸੂਲਾਂ ਦੇ ਲਈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਬਖਸ਼ੀ ਗਈ ਤਾਂ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਉੱਥੇ ਗਏ ਅਤੇ ਮਾਤਾ ਭਾਗ ਕੌਰ ਜੀ ਵੀ ਉਹਨਾਂ ਦੇ ਨਾਲ ਅਨੰਦਪੁਰ ਸਾਹਿਬ ਗਏ। 1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਤਾਂ ਮਾਤਾ ਭਾਗ ਕੌਰ ਅਤੇ ਪਰਿਵਾਰ ਦੇ ਬਹੁਤ ਸਾਰੇ ਜੀਆਂ ਨੇ ਵੀ ਅੰਮ੍ਰਿਤ ਦੀ ਦਾਤ ਬਖਸ਼ ਲਈ। ਗੁਰਸਿੱਖਾਂ ਨੇ ਪਿੰਡੋਂ ਪਿੰਡ ਸ਼ਹਿਰ ਸ਼ਹਿਰ ਜਾ ਕੇ ਖਾਲਸਾ ਪੰਥ ਸਾਜਿਆ, ਅੰਮ੍ਰਿਤ ਛਕਾਇਆ ਅਤੇ ਬੜੀ ਤਕੜੀ ਸੈਨਾ ਸਿੰਘ ਤਿਆਰ ਹੋ ਗਏ। ਜਦੋਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਿਆ ਤਾਂ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਗੁਰੂ ਸਾਹਿਬ ਦੀ ਸੇਵਾ ਲਈ ਉੱਥੇ ਹਾਜ਼ਰ ਹੋਣ ਲੱਗੇ। ਫਿਰ ਜਿਹੜੇ ਵੀ ਅਨੰਦਪੁਰ ਸਾਹਿਬ ਤੋਂ ਆਉਂਦੇ ਸਨ ਉਹ ਅਕਸਰ ਮਾਤਾ ਭਾਗ ਕੌਰ ਜੀ ਦੇ ਘਰ ਠਹਿਰਦੇ ਸਨ ਅਤੇ ਮਾਤਾ ਭਾਗ ਕੌਰ ਜੀ ਨੂੰ ਅਨੰਦਪੁਰ ਸਾਹਿਬ ਦੀ ਖਬਰ ਅਕਸਰ ਮਿਲਦੀ ਰਹਿੰਦੀ ਸੀ। ਫਿਰ ਮਾਤਾ ਭਾਗ ਕੌਰ ਨੂੰ ਖਬਰ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਦਾ ਲਈ ਛੱਡ ਦਿੱਤਾ ਹੈ। ਸਰਸਾ ਦੇ ਨਦੀ 'ਤੇ ਪੂਰਾ ਪਰਿਵਾਰ ਵਿਛੜ ਗਿਆ। ਚਮਕੌਰ ਦੀ ਜੰਗ ਹੋਈ, ਜਿਸ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 40 ਸਿੰਘ ਸ਼ਹੀਦ ਹੋ ਗਏ। ਗੁਰੂ ਸਾਹਿਬ ਜੰਗ ਵਿੱਚੋਂ ਮੈਦਾਨੇ ਜੰਗ ਵਿੱਚੋਂ ਹੁੰਦੇ ਹੋਏ ਦੀਨੇ ਕਾਂਗੜ ਦੀ ਧਰਤੀ 'ਤੇ ਪਹੁੰਚਦੇ ਨੇ, ਜਿੱਥੇ ਉਹ ਖਾਲਸਾ ਪੰਥ ਨੂੰ ਤਿਆਰ ਕਰ ਰਹੇ ਨੇ। ਉੱਧਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਜਿਉਂਦੇ ਜੀ ਮਾਤਾ ਜੀ ਸ਼ਹੀਦ ਹੋ ਗਏ। ਇਹ ਗੱਲ ਸੁਣ ਕੇ ਮਾਤਾ ਭਾਗ ਕੌਰ ਜੀ ਦੇ ਅੰਦਰ ਗੁਰੂ ਪਿਆਰ ਅਤੇ ਗੁਰੂ ਦਾ ਜਜ਼ਬਾ ਉਛਾਲੇ ਮਾਰਨ ਲੱਗ ਪਿਆ। ਵੀਰ ਰਸ ਵਿੱਚ ਖੂਨ ਖੌਲ ਉੱਠਿਆ ਉਹਨਾਂ ਦਾ। ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਮਨ ਬਣਾ ਲਿਆ। ਉੱਧਰੋਂ ਉਹ 40 ਸਿੰਘ ਜੋ ਭਾਈ ਮਹਾਦੇਵ ਦੀ ਅਗਵਾਈ ਵਿੱਚ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਆਏ ਸਨ, ਉਹ ਵੀ ਪਹੁੰਚਦੇ ਨੇ। ਮਾਤਾ ਭਾਗ ਕੌਰ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਬਹੁਤ ਲਾਹਨਤਾਂ ਪਾਉਂਦੀ ਹੈ ਕਿ ਜਦੋਂ ਗੁਰੂ ਘਰ ਵਿੱਚ ਖੁਸ਼ੀਆਂ ਸਨ ਤਾਂ ਉਹਨਾਂ ਨੇ ਉੱਥੇ ਰੱਜ ਪੁੱਜ ਕੇ ਖਾਧਾ ਪੀਤਾ। ਅੱਜ ਜਦੋਂ ਗੁਰੂ 'ਤੇ ਮੁਸ਼ਕਲ ਆ ਬਣੀ ਹੈ ਤਾਂ ਉਹ ਕਾਇਰਾਂ ਦੀ ਤਰ੍ਹਾਂ ਪਿੱਠ ਦਬਾ ਕੇ ਭੱਜ ਆਏ ਹਨ। ਉਹਨਾਂ ਦਾ ਨਾਮ ਕਾਇਰਾਂ ਵਿੱਚ ਲਿਖਿਆ ਜਾਏਗਾ ਅਤੇ ਇਸ ਪਿੰਡ ਦੀ ਬਹੁਤ ਬੇਇੱਜ਼ਤੀ ਹੋਵੇਗੀ। ਤੁਸੀਂ ਘਰ ਸੰਭਾਲੋ, ਅਸੀਂ ਜਾਂਦੀਆਂ ਹਾਂ ਗੁਰੂ ਦੀ ਸੇਵਾ ਦੇ ਲਈ। ਜਦੋਂ ਔਰਤਾਂ ਨੇ ਇਹ ਗੱਲ ਕਹੀ ਤਾਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਪਰ ਉਹ ਸ਼ਰਮਿੰਦਾ ਸਨ ਕਿ ਗੁਰੂ ਦੇ ਸਾਹਮਣੇ
ਕਿਵੇਂ ਜਾਣ। ਪਰ ਮਾਤਾ ਭਾਗ ਕੌਰ ਜੀ ਨੇ ਕਿਹਾ, ਗੁਰੂ ਬਖਸ਼ਣਹਾਰ ਹੈ, ਉਹ ਤੁਹਾਡੇ ਗੁਨਾਹ ਬਖਸ਼ ਦੇਣਗੇ। ਚਲੋ ਉਹਨਾਂ ਦੀ ਸ਼ਰਨ ਚੱਲਦੇ ਹਾਂ। ਅੱਜ ਸਾਨੂੰ ਉਹਨਾਂ ਦੀ ਸੇਵਾ ਲਈ ਹਾਜ਼ਰ ਹੋਣਾ ਚਾਹੀਦਾ ਹੈ। ਅੱਜ ਪੰਥ ਨੂੰ ਸਾਡੀ ਲੋੜ ਹੈ। ਭਾਈ ਮਹਾਂ ਸਿੰਘ ਅਤੇ ਭਾਈ ਭਾਗ ਕੌਰ ਜੀ ਦੇ ਅਗਵਾਈ ਵਿੱਚ ਉਹ ਜੱਥਾ ਗੁਰੂ ਦੀ ਸੇਵਾ ਲਈ ਉੱਥੋਂ ਚੱਲ ਪਿਆ। ਜੰਗ ਦੇ ਮੈਦਾਨ ਦਾ ਸਾਰਾ ਸਮਾਨ ਉਹਨਾਂ ਨੇ ਆਪਣੇ ਨਾਲ ਲੈ ਲਿਆ। ਗੁਰੂ ਸਾਹਿਬ ਕਾਂਗੜ ਤੋਂ ਹੁੰਦੇ ਹੋਏ ਖਦਰਾਣੇ ਦੀ ਢਾਬ ਪਹੁੰਚੇ, ਜਿੱਥੇ ਦੁਸ਼ਮਣ ਵੀ ਆ ਪੁੱਜਾ ਅਤੇ ਉੱਧਰੋਂ ਸਿੰਘ ਵੀ ਆ ਪੁੱਜੇ। ਜੰਗ ਸ਼ੁਰੂ ਹੋ ਗਈ। ਸਿੰਘਾਂ ਨੇ ਖਦਰਾਣੇ ਦੀ ਢਾਬ ਦਾ ਜੋ ਜਲ ਵਾਲਾ ਟੋਭਾ ਸੀ ਉਹ ਆਪਣੀ ਨਿਗਰਾਨੀ ਵਿੱਚ ਲੈ ਲਿਆ। ਘਮਾਸਾਨ ਯੁੱਧ ਹੋਇਆ। ਮਾਤਾ ਭਾਗ ਕੌਰ ਵੀ ਮਰਦਾਵੇਂ ਵੇਸ ਵਿੱਚ ਮੈਦਾਨੇ ਜੰਗ ਵਿੱਚ ਤਲਵਾਰ ਦੇ ਜੌਹਰ ਦਿਖਾਉਂਦੀ ਦਿਖੀ। ਗੁਰੂ ਸਾਹਿਬ ਇੱਕ ਉੱਚੀ ਟਿੱਬੀ ਉੱਤੇ ਜਾ ਕੇ ਬੈਠ ਗਏ, ਜਿੱਥੋਂ ਗੁਰੂ ਸਾਹਿਬ ਤੀਰ ਛੱਡਦੇ ਅਤੇ ਸੋਧਾ ਲਾਉਂਦੇ ਵੈਰੀਆਂ ਨੂੰ। ਮਾਤਾ ਭਾਗ ਕੌਰ ਜੀ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਕਾਫੀ ਗੰਭੀਰ ਜ਼ਖਮੀ ਹੋ ਗਏ। ਸ਼ਾਮ ਤੱਕ ਬਹੁਤ ਸਾਰੇ ਮੁਗਲ ਸੈਨਾ ਜਾਂ ਤਾਂ ਮਰ ਗਈ ਅਤੇ ਜਾਂ ਭੁੱਖੀ ਪਿਆਸੀ ਸ਼ਾਮ ਨੂੰ ਦੌੜ ਗਈ। ਇਸ ਤਰ੍ਹਾਂ ਇਹ ਮੈਦਾਨ ਵੀ ਖਾਲਸੇ ਦੇ ਹੱਕ ਵਿੱਚ ਰਿਹਾ। ਗੁਰੂ ਸਾਹਿਬ ਟਿੱਬੀ ਤੋਂ ਹੇਠਾਂ ਉਤਰੇ ਅਤੇ ਸਿੰਘਾਂ ਨੂੰ ਮਿਲਣ ਲੱਗੇ। ਇੱਕ ਸਿੰਘ ਭਾਈ ਮਹਾਂ ਸਿੰਘ ਜੋ ਸਹਿਕ ਰਿਹਾ ਸੀ, ਗੁਰੂ ਜੀ ਨੇ ਬੁੱਕਲ ਵਿੱਚ ਲੈ ਕੇ ਦੇਖਿਆ ਤਾਂ ਉਹ ਭਾਈ ਮਹਾਂ ਸਿੰਘ ਸੀ। ਗੁਰੂ ਸਾਹਿਬ ਨੇ ਪ੍ਰੇਮ ਵਿੱਚ ਭਰ ਕੇ ਕਿਹਾ, ਤੁਸੀਂ ਖਾਲਸਾ ਪੰਥ ਦੀ ਸੇਵਾ ਕੀਤੀ ਹੈ, ਮੰਗੋ ਕੀ ਮੰਗਦੇ ਹੋ। ਤਾਂ ਭਾਈ ਮਹਾਂ ਸਿੰਘ ਨੇ ਕਿਹਾ, ਗੁਰੂ ਜੀ ਮੈਨੂੰ ਤੁਹਾਡੀ ਗੋਦ ਤਾਂ ਮਿਲ ਹੀ ਗਈ ਹੈ, ਜੇ ਤਿੱਥੇ ਹਾਂ ਤਾਂ ਇੱਕ ਕਿਰਪਾ ਕਰੋ ਕਿ ਜੋ ਬਿਦਾਵਾ ਸੀ ਤੁਹਾਨੂੰ ਅਨੰਦਪੁਰ ਸਾਹਿਬ ਵਿਖੇ ਦੇ ਆਏ ਸੀ ਉਹ ਪਾੜ ਦੇਵੋ। ਗੁਰੂ ਸਾਹਿਬ ਨੇ ਉਹ ਬਿਦਾਵਾ ਪਾੜ ਦਿੱਤਾ ਅਤੇ ਟੁੱਟੀ ਗੰਢ ਲਈ। ਇੰਨੇ ਨੂੰ ਇੱਕ ਸਿੰਘ ਨੇ ਖਬਰ ਦਿੱਤੀ ਕਿ ਗੁਰੂ ਜੀ ਮੈਦਾਨੇ ਜੰਗ ਵਿੱਚ ਇੱਕ ਔਰਤ ਜ਼ਖਮੀ ਪਈ ਹੈ, ਉਸ 'ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ। ਗੁਰੂ ਸਾਹਿਬ ਉੱਥੇ ਪਹੁੰਚਦੇ ਨੇ ਤਾਂ ਮਾਤਾ ਭਾਗ ਕੌਰ ਜੀ ਜ਼ਖਮੀ ਹਾਲਤ ਵਿੱਚ ਪਏ ਨੇ। ਗੁਰੂ ਸਾਹਿਬ ਉਸ ਨੂੰ ਜਲ ਪਿਲਾਉਂਦੇ ਨੇ। ਜਦੋਂ ਇਹ ਹੋਸ਼ ਵਿੱਚ ਆਉਂਦੇ ਨੇ ਤਾਂ ਦੱਸਦੇ ਨੇ ਕਿ ਮਾਤਾ ਭਾਗ ਕੌਰ ਜੀ ਤੁਸੀਂ ਸਿੰਘਾਂ ਦੀ ਟੁੱਟੀ ਗੰਢਾ ਲਈ ਹੈ, ਆਪ ਭਾਗਾਂ ਵਾਲੇ ਹੋ। ਉਸ ਤੋਂ ਬਾਅਦ ਮਾਤਾ ਭਾਗ ਕੌਰ ਜੀ ਉੱਥੇ ਹੀ ਗੁਰੂ ਜੀ ਦੀ ਸੇਵਾ ਵਿੱਚ ਰਹਿ ਗਏ। ਸਾਰੀ ਜ਼ਿੰਦਗੀ ਉਹਨਾਂ ਨੇ ਗੁਰੂ ਦੇ ਧਰਮ ਦੇ ਲੇਖੇ ਲਾਈ, ਗੁਰੂ ਸਾਹਿਬਾਨਾਂ ਦੇ ਲੇਖੇ ਲਾਈ। ਦਮਦਮਾ ਸਾਹਿਬ ਵੀ ਉਹ ਗੁਰੂ ਦੀ ਹਜ਼ੂਰੀ ਵਿੱਚ ਰਹੇ। ਗੁਰੂ ਸਾਹਿਬ ਇੱਥੋਂ ਹੁੰਦੇ ਹੋਏ ਹਜ਼ੂਰ ਪਹੁੰਚੇ, ਨੰਦੇੜ ਪਹੁੰਚੇ। ਉੱਥੇ ਵੀ ਗੁਰੂ ਸਾਹਿਬ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ। ਪਹਿਰੇਦਾਰਾਂ ਦੇ ਨਾਲ ਰਾਤ ਨੂੰ ਆਪ ਪਹਿਰਾ ਦਿਆ ਕਰਦੇ ਸੀ, ਕਦੇ ਢਿੱਲੇ ਨਹੀਂ ਸੀ ਪੈਂਦੇ। ਹਮੇਸ਼ਾ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਅਤੇ ਗੁਰੂ ਦੀ ਸੇਵਾ ਉਹਨਾਂ ਦਾ ਜ਼ਿੰਦਗੀ ਦਾ ਅੰਗ ਬਣ ਚੁੱਕਾ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤਾਂ ਉਹ ਬਿਦਰ ਚਲੇ ਗਏ ਅਤੇ ਉੱਥੇ ਜਾ ਕੇ ਸੰਗਤਾਂ ਨੂੰ ਜਿਸ ਪ੍ਰੇਮ ਦੇ ਵਿੱਚ ਆਪ ਭਿੱਜੇ ਸਨ ਉਹਦੇ ਪ੍ਰੇਮ ਦੇ ਵਿੱਚ ਜੋੜਦੇ ਰਹੇ ਅਤੇ ਸਾਰੀ ਜ਼ਿੰਦਗੀ ਸਿੱਖ ਧਰਮ ਦੇ ਲੇਖੇ ਲਾ ਦਿੱਤੀ। ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਸਾਹਿਬ ਨੇ ਮਰਦ ਦੇ ਬਰਾਬਰ ਔਰਤ ਨੂੰ ਵੀ ਉਹੀ ਸ਼ਕਤੀਆਂ ਬਖਸ਼ੀਆਂ ਨੇ। ਸੋ ਲੋੜ ਹੈ ਉਸ ਸ਼ਕਤੀ ਨੂੰ ਪਹਿਚਾਨਣ ਦੀ। ਸਿੱਖ ਬੀਬੀਆਂ ਨੂੰ ਮਾਤਾ ਭਾਗ ਕੌਰ ਜੀ ਦੀ ਜੀਵਨ ਤੋਂ ਸੇਧ ਲੈਣ ਦੀ। ਹਰ ਬੀਬੀ ਨੂੰ ਆਪਣੀ ਬੱਚੀ ਨੂੰ ਗੋਦ ਵਿੱਚ ਬਿਠਾ ਕੇ ਉਸ ਦਲੇਰ ਬੀਬੀ, ਇੱਕ ਪੰਥ ਦੀ ਹੋਰ ਬੀਬੀ ਹੈ ਗੁਰਸ਼ਰਨ ਕੌਰ, ਜਿਸ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ ਸੀ। 1924 ਦੀ ਹੀ ਗੱਲ ਹੈ ਜਦੋਂ ਜੈਤੋ ਦੇ ਮੋਰਚੇ ਦੀ ਗੱਲ ਚੱਲੀ ਸੀ ਤਾਂ ਇਸ ਵਿੱਚ ਵੀ ਇੱਕ ਦਲੇਰ ਬੀਬੀ ਬਲਵੀਰ ਕੌਰ ਨੇ ਇੱਕ ਸਾਲ ਦੇ ਪੁੱਤਰ ਦੇ ਨਾਲ ਸ਼ਹਾਦਤ ਹਾਸਲ ਕੀਤੀ ਸੀ। ਇਹੋ ਜਿਹੀਆਂ ਕਹਾਣੀਆਂ ਆਪਣੀਆਂ ਧੀਆਂ ਪੁੱਤਰਾਂ ਨੂੰ ਸੁਣਾਈਆਂ ਜਾਣ ਤਾਂ ਕਿ ਉਹ ਬਚਪਨ ਵਿੱਚ ਹੀ ਗੁਰਸਿੱਖੀ ਵੱਲ ਪ੍ਰੇਰਿਤ ਹੋ ਜਾਣ। ਉਹਨਾਂ ਨੂੰ ਗੁਰਬਾਣੀ ਪੜ੍ਹਾਈ ਜਾਏ, ਸਿੱਖ ਇਤਿਹਾਸ ਪੜ੍ਹਾਇਆ ਜਾਏ, ਉਹਨਾਂ ਨੂੰ ਗੁਰਸਿੱਖੀ ਵੱਲ ਜੋੜਿਆ ਜਾਏ ਤਾਂ ਕਿ ਜਵਾਨ ਹੁੰਦੇ ਉਹ ਗੁਰਸਿੱਖੀ ਨਾਲ ਜੁੜ ਕੇ ਪ੍ਰਪੱਕ ਹੋ ਜਾਣ, ਤਾਂ ਕਿ ਕੋਈ ਉਹਨਾਂ ਦੇ ਦੁਸ਼ਮਣ ਵੀ ਉਹਨਾਂ ਦੀ ਅੱਖ ਵੱਲ ਵੇਖ ਨਾ ਸਕੇ। ਉਹ ਆਪਣੀ ਵੀ ਰਕਸ਼ਾ ਕਰਨ ਅਤੇ ਹੋਰ ਦੀ ਵੀ ਰਕਸ਼ਾ ਕਰਨ। ਪਰ ਅਫਸੋਸ ਅੱਜ ਦੇ ਸਮੇਂ ਮਾਂ ਬੱਚੇ ਨੂੰ ਗੁਰਬਾਣੀ ਪੜ੍ਹਾਉਣਾ ਚੰਗਾ ਨਹੀਂ ਸਮਝਦੀ, ਟਾਈਮ ਹੀ ਨਹੀਂ ਹੈ ਉਸ ਕੋਲ। ਪਰ ਜਦੋਂ ਬੱਚੇ ਗਾਉਣਾ ਸਿੱਖ ਜਾਂਦੇ, ਨੱਚਣਾ ਸਿੱਖ ਜਾਂਦੇ ਤਾਂ ਮਾਂ ਬੜੀ ਖੁਸ਼ ਹੁੰਦੀ ਹੈ ਕਿ ਮੇਰੀ ਧੀ ਨੱਚਣ ਲੱਗ ਪਈ। ਅਤੇ ਉਹੋ ਜਿਹੇ ਹਾਲਾਤਾਂ ਦੇ ਅੱਜ ਸਾਨੂੰ ਸਿੱਟੇ ਵੀ ਨਜ਼ਰ ਆ ਰਹੇ ਨੇ। ਕਦੇ ਦਿੱਲੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਮੂਹਿਕ ਬਲਾਤਕਾਰ ਹੋ ਗਿਆ, ਜਾਂ ਯੂਪੀ ਬਿਹਾਰ ਅਨੇਕਾਂ ਖਬਰਾਂ ਮਿਲਦੀਆਂ ਨੇ ਜਿਹੜੇ ਦਿਲ ਨੂੰ ਵਲੂੰਧਰ ਕੇ ਲੈ ਜਾਂਦੀਆਂ ਨੇ। ਸੋ ਸਾਨੂੰ ਲੋੜ ਹੈ ਆਪਣੇ ਆਪ ਨੂੰ ਸੰਭਾਲੀਏ, ਗੁਰਸਿੱਖੀ ਨਾਲ ਜੋੜੀਏ, ਗੁਰਬਾਣੀ ਨਾਲ ਜੋੜੀਏ, ਬੱਚਿਆਂ ਨੂੰ ਗੱਤਕਾ ਸਿਖਾਈਏ ਤਾਂ ਕਿ ਉਹ ਆਪਣੀ ਵੀ ਰਕਸ਼ਾ ਕਰਨ ਅਤੇ ਹੋਰਾਂ ਦੀ ਵੀ ਰਕਸ਼ਾ ਕਰਨ। ਇੰਨਾ ਕਹਿੰਦੀ ਹੋਈ, ਹੋਈਆਂ ਭੁੱਲਾਂ ਦੀ ਖਿਮਾ ਮੰਗਦੀ ਹੋਈ ਮੈਂ ਖਿਮਾ ਦੀ ਜਾਚਕਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।